सिख भाईचारा, सिख पंथ, सिख कौम, इन्हां दी अपनी मंशा है कि इस वार बादलों नूं घट्टो घट्ट श्रोमणी कमेटी तो साइड ते कर दिता जाए ताकि श्रोमणी कमेटी का प्रबंध सही हत्थां 'च आवे। जे तुसीं खरीदण की गल करते हो तो मेरे ख्याल च श्रोमणी अकाली दल को भी बहुत सारा सरमाया वो अपने बंदियां नूं खरीदो फरोख्त वो आप भी कर सकते हैं। बड़ा ਵੱਡੇ ਪੱਧਰ ਤੇ ਜ਼ਿਕਰ ਹੋਇਆ ਕਿ ਖਰੀਦੋ ਫਰੋਖਤ ਕਰਾ ਰਹੇ ਹੋ ਤੁਸੀਂ ਸਿੱਧੇ ਤੌਰ ਤੇ ਭਾਜਪਾ ਦੀ ਦਖਲਅੰਦਾਜ਼ੀ ਗੁਰਦੁਆਰਿਆਂ ਦੇ ਵਿੱਚ ਪ੍ਰੋਫੈਸਰ ਸਰਚਾਨ ਸਿੰਘ ਕਰਾ ਰਹੇ ਨੇ ਇਕਬਾਲ ਸਿੰਘ ਲਾਲਪੁਰਾ ਦੇ ਕਹਿਣ ਤੇ ਮੈਂ ਵੀ ਇੱਕ ਜੀ ਮੈਂਬਰ ਇੱਕ ਦੋ ਹੋਰ ਵੀ ਹੈਗੇ ਆ ਤੇ ਜੇ ਸਾਨੂੰ ਲਾਲਪੁਰਾ ਸਾਹਿਬ ਨਾਲ ਬਣਾ ਦਿਓ। ਜੇ ਤੁਹਾਡੀ ਇੱਕ ਐਸਜੀਪੀਸੀ ਮੈਂਬਰ ਨਾਲ ਗੱਲਬਾਤ ਹੁੰਦੀ ਹੈ ਪੈਸਿਆਂ ਵਾਲੀ ਗੱਲਬਾਤ ਵੀ ਹੁੰਦੀ ਹੈ ਕਿ ਜੇ ਕੋਈ ਮਾਇਆ ਵਾਲਾ ਬੰਦਾ ਹੈ ਤਾਂ ਉਹ ਵੀ ਕਰ ਲਾਂਗੇ ਲਾਲਪੁਰਾ ਨਾਲ ਮੁਲਾਕਾਤ ਕਰਾਉਣ ਦੀ ਗੱਲ ਵੀ ਹੁੰਦੀ ਹੈ। ਹਾਂ ਚਲੋ ਵਧੀਆ ਜੀ ਭਾਜੀ ਨਾਲ ਵੀ ਗੱਲ ਕਰ ਰਿਹਾ। ਅੱਛਾ ਮੈਂ ਕਿਹਾ ਨਾ ਜੇ ਕੋਈ ਮਾਇਆ ਸ਼ਾਹ ਵਾਲਾ ਹੋਇਆ ਜਿੰਨੇ ਕੋ ਮੈਂਬਰ ਨੂੰ ਤੇ ਉਹਦਾ ਕਿਦਾਂ ਸਰ बीजेपी किसी भी धार्मिक जी चोण होंगी है ना संस्था की वो किते भी अज तक दखल नहीं दिता। इतों तक कि गुरुद्वारियां की तो गल छड्डो किसी मंदिर उत्ते भी अज तक बीजेपी ने सीधे तौर पर कोई इलैक्शन नहीं लड़ी ना ही किसी से कब्जा किया जिवें ये कर रहे जी। उन्होंने अपने आगुआं उत्ते भरोसा नहीं है तो ये कोई होर कुछ नहीं कर सकता। ये श्रोमणी अकाली दल की लीडरशिप की ही कमजोरी है कि अकाल तख्त साहब ते कब्जा किन्ना थरू किन्ना दे बादल साहब उन्हां दा कब्जा अकाल तख्त साहब तो बिना मंगिया सौदा साध नूं माफी देण तो लैके मुड़ के श्री गुरु ग्रंथ साहिब जी दी बेअदबियां हो गईयां जिन्हां ने गोलियां चलाईयां उन्हां दी इन्हां ने सरपरस्त कीती। उस दौरान भी असीं उन्हां नूं किहा सी कि तुसीं ये कुछ कीता बहुत गलत कीता। बाबा जी ने भी गल कीती सी पर देखो उस वेले भी उन्होंने किते भी महसूस नहीं किया कि या इन्हां दी गल दे विच कुछ वजह ने सत्ता ते नशा सी उन्हां उस वेले भी। ਅਕਾਲੀ ਦਲ ਲਗਾਤਾਰ ਆਪਦੇ ਪੁਰਾਣੇ ਸਾਥੀਆਂ ਤੇ ਮਤਲਬ ਦੋਸ਼ ਲਾ ਰਿਹਾ ਬੀਜੇਪੀ ਦੇ ਆਗੂਆਂ ਦੇ ਦੋਸ਼ ਲਾ ਰਿਹਾ ਜੇ ਉਹ ਆਪਣੀਆਂ ਨੀਤੀਆਂ ਸਹੀ ਰੱਖੀਆਂ ਹੁੰਦੀਆਂ ਤੇ ਕਿਸੇ ਵੀ ਸ਼੍ਰੋਮਣੀ ਕਮੇਟੀ ਮੈਂਬਰ ਨੇ ਇਹਨਾਂ ਤੋਂ ਵੱਖਰਿਆਂ ਨਹੀਂ ਸੀ ਜਾਣਾ। ਉਹ ਆਪ ਕਹਿੰਦੇ ਨੇ ਕਿ ਭਾਜਪਾ ਚਲਾ ਰਹੀ ਹੈ ਭਾਜਪਾ ਨੇ ਆਪਦੇ ਅੰਟਰ ਕਰਨੇ ਭਾਜਪਾ ਅਕਾਲੀ ਦਲ ਨੂੰ ਐਸਜੀਪੀਸੀ ਚੋਂ ਬਾਹਰ ਕਰਨਾ ਚਾਹੁੰਦੀ ਤੇ ਬੀਬੀ ਜਗੀਰ ਕੌਰ ਨੂੰ ਅਸੀਂ ਪਹਿਲਾਂ ਹੀ ਪੁੱਛ ਚੁੱਕੇ ਹਾਂ ਕਿ ਕੀ ਉਹ ਹੁਣ ਭਾਜਪਾ ਜਾਂ ਕਿਸੇ ਹੋਰ ਪਾਰਟੀ ਜਾਣ ਦੇ ਚਾਹਵਾਨ ਨੇ ਕੀ ਆਫਰ ਹੈ ਭਾਜਪਾ ਤੁਸੀਂ ਕੋਈ ਆਫਰ ਦੇ ਰਹੇ ਹੋ ਜਾਂ ਭਾਜਪਾ ਕੋਈ ਆਫਰ ਦੇ ਰਹੀ ਹੈ ਇਸ ਵਕਤ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਮੈਂ ਹਾਂ ਸੁਰਖਾਬ। ਦੋਸਤੋ ਕੱਲ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ਤੋਂ ਬਾਹਰ ਕੱਢਿਆ ਤਾਂ ਇੱਕ ਨਾਮ ਚਰਚਾ ਚ ਆਇਆ ਪ੍ਰੋਫੈਸਰ ਸਰਚਾਨ ਸਿੰਘ। ਵਿਰਸਾ ਸਿੰਘ ਵਲਟੋਆ ਵੱਲੋਂ ਇੱਕ ਸਟਿੰਗ ਆਡੀਓ ਜਾਰੀ ਕੀਤਾ ਗਿਆ ਕਿਹਾ ਗਿਆ ਕਿ ਪ੍ਰੋਫੈਸਰ ਸਰਚਾਨ ਸਿੰਘ ਐਸਜੀਪੀਸੀ ਦੀ ਚੋਣ ਨੂੰ ਲੈ ਕੇ ਭਾਜਪਾ ਦੀ ਦਖਲਅੰਦਾਜ਼ੀ ਕਰਵਾ ਰਹੇ ਨੇ ਤੇ ਸਿੱਧੇ ਤੌਰ ਤੇ ਬੀਬੀ ਜਗੀਰ ਕੌਰ ਨੂੰ ਥਾਪੜਾ ਦੇ ਕੇ ਮੈਂਬਰਾਂ ਦੀ ਖਰੀਦੋ ਫਰੋਖਤ ਦਾ ਕੰਮ ਕਰ ਰਹੇ ਨੇ। ਮੇਰੇ ਨਾਲ ਇਸ ਵਕਤ ਪ੍ਰੋਫੈਸਰ ਸਰਚਾਨ ਸਿੰਘ ਨੇ। ਸਰ ਸਵਾਗਤ ਹੈ ਜੀ ਸਪੋਕਸਮੈਨ ਟੀਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਨਾ ਤੁਹਾਡਾ ਕੱਲ ਬੜਾ ਵੱਡੇ ਪੱਧਰ ਤੇ ਜ਼ਿਕਰ ਹੋਇਆ ਕਿ ਖਰੀਦੋ ਫਰੋਖਤ ਕਰਾ ਰਹੇ ਹੋ ਤੁਸੀਂ ਸਿੱਧੇ ਤੌਰ ਤੇ ਭਾਜਪਾ ਦੀ ਦਖਲਅੰਦਾਜ਼ੀ ਗੁਰਦੁਆਰਿਆਂ ਦੇ ਵਿੱਚ ਪ੍ਰੋਫੈਸਰ ਸਰਚਾਨ ਸਿੰਘ ਕਰਾ ਰਹੇ ਨੇ ਇਕਬਾਲ ਸਿੰਘ ਲਾਲਪੁਰਾ ਦੇ ਕਹਿਣ ਤੇ। ਸਰ ਸੁਖਾਬ ਸਿੰਘ ਜੀ ਪਹਿਲੀ ਗੱਲ ਤਾਂ ਇਹ ਹੈ ਕਿ बीजेपी किसी भी धार्मिक जी चोण होंगी है ना संस्था की वो किते भी अज तक दखल नहीं दिता। इतों तक कि गुरुद्वारियां की तो गल छड्डो किसी मंदिर उत्ते भी अज तक बीजेपी ने सीधे तौर पर कोई इलैक्शन नहीं लड़ी ना ही किसी से कब्जा किया जिवें ये कर रहे हैं। एक तो ये गल क्लीयर हो जानी चाहिए है। दूजी गल श्रोमणी कमेटी की इस इलैक्शन च भाजपा का कोई लैन देन नहीं। जे मेरे वर्गे सिख जिहड़े लगे हुए ने उन्हां ते अपना निजी मामला क्योंकि हर किसी सिख नूं इस प्रति चिंता जिहड़ी है ना है कि श्रोमणी कमेटी दे विच उस ढांचे च सही बंदे अगे आउण सही कारज होण गुरु पंथ दे हितां नूं मुख रखिया जावे ना कि किसी पार्टी या किसी व्यक्ति विशेष की सियासी मनोरथ की पूर्ति जिहड़ी है होवे। ਤੁਸੀਂ ਕਹਿ ਰਹੇ ਹੋ ਗੱਲਾਂ ਪਰ ਜਿਸ ਤਰੀਕੇ ਦੇ ਨਾਲ ਕੱਲ ਇੱਕ ਸਟਿੰਗ ਆਡੀਓ ਜਾਰੀ ਕੀਤਾ ਜਾਂਦਾ ਬਕਾਇਦਾ ਇਹ ਗੱਲ ਕਹੀ ਜਾਂਦੀ ਹੈ ਕਿ ਤੁਹਾਡੀ ਇੱਕ ਐਸਜੀਪੀਸੀ ਮੈਂਬਰ ਨਾਲ ਗੱਲਬਾਤ ਹੁੰਦੀ ਹੈ ਪੈਸਿਆਂ ਵਾਲੀ ਗੱਲਬਾਤ ਵੀ ਹੁੰਦੀ ਹੈ ਕਿ ਜੇ ਕੋਈ ਮਾਇਆ ਵਾਲਾ ਬੰਦਾ ਹੈ ਤਾਂ ਉਹ ਵੀ ਕਰ ਲਾਂਗੇ ਲਾਲਪੁਰਾ ਨਾਲ ਮੁਲਾਕਾਤ ਕਰਾਉਣ ਦੀ ਗੱਲ ਵੀ ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਕੀ ਸੁਰਖਾਬ ਜੀ ਦੁਬਾਰਾ ਤੁਸੀਂ ਸੁਣੋਗੇ ਨਾ ਉਸ ਆਡੀਓ ਨੂੰ ਉਸ ਆਡੀਓ ਦੇ ਵਿੱਚ ਕਾਲ ਵੀ ਉਹਨਾਂ ਕੀਤੀ ਔਰ ਕਾਲ ਕਰਕੇ ਸਾਡੀ ਲੀਡਰਸ਼ਿਪ ਨੂੰ ਮਿਲਣ ਦੀ ਖੁਆਇਸ਼ ਵੀ ਉਹਨਾਂ ਵੱਲੋਂ ਜ਼ਾਹਿਰ ਕੀਤੀ ਗਈ ਹੈ। और मैं तो यो कहना जो साडी लीडरशिप नूं कोई मिलण दी ख्वाहिश रखे तो मैं तो कहां कि जी सदके आओ जी
ਅਸੀਂ ਤੁਹਾਡੇ ਮਿਲਣਾ ਤਾਂ ਅਸੀਂ ਪ੍ਰਬੰਧ ਕਰਾਂਗੇ। ਪਹਿਲਾਂ ਵੀ ਅਸੀਂ ਮਿਲਾਉਂਦੇ ਰਹੇ, ਗਾਂ ਵੀ ਮਿਲਾਵਾਂਗੇ। ਸੈਂਕੜੇ ਬੰਦਿਆਂ ਤੇ ਫੋਨ ਆਉਂਦੇ, ਸੈਂਕੜੇ ਬੰਦੇ ਸਾਡਾ ਨਾਂ ਲੈ ਕੇ ਉੱਥੇ ਜਾ ਕੇ ਸਾਡੀ ਲੀਡਰਸ਼ਿਪ ਮਿਲਦੀ ਹੈ। ਇਹ ਕੋਈ ਇਹੋ ਜਿਹੀ ਗੱਲ ਨਹੀਂ ਹੈਗਾ। ਦੂਜੀ ਗੱਲ ਆਫਰ ਦੀ, ਪੈਸਿਆਂ ਦੀ, ਵੀ ਤੁਹਾਡੇ ਵੀਰ ਵੱਲੋਂ ਇਹੋ ਜਿਹੀ ਤਾਂ ਕਦੇ ਕੋਈ ਆਫਰ ਨਹੀਂ ਹੋਈ। ਜੇ ਕੋਈ ਮੰਗ ਹੈ ਤਾਂ ਉਹਨਾਂ ਵੱਲੋਂ ਹੀ ਆ, ਮੇਰੇ ਵੱਲੋਂ ਤਾਂ ਕੋਈ ਇਹੋ ਜਿਹਾ ਨਹੀਂ ਕਹਿ ਕਿ ਜਾਂ ਮੈਂ ਤੁਹਾਨੂੰ ਦੇ ਦਾਂਗਾ ਜਾਂ ਮੈਂ ਤੁਹਾਡਾ ਪ੍ਰਬੰਧ ਕਰ ਦੇਵਾਂਗਾ। ਕਿਹਾ ਜਾ ਰਿਹਾ ਖੁਰਾ ਲਾਉਣ ਦੀ ਕੋਸ਼ਿਸ਼ ਹੈ ਬੀਜੇਪੀ ਵੱਲੋਂ। ਮੈਂਬਰ ਖਰੀਦ ਰਹੇ ਹੋ, ਮੈਂਬਰਾਂ ਦਾ ਜ਼ਿਕਰ ਹੋਇਆ, ਮਾਇਆ ਵਾਲੇ, ਕੋਈ ਮਾਇਆ ਛਾਇਆ ਵਾਲੇ, ਇਹ ਵਰਤਿਆ ਗਿਆ ਉਹਦੇ ਵਿੱਚ। ਜੇ ਤੁਸੀਂ ਖਰੀਦਣ ਦੀ ਗੱਲ ਕਰਦੇ ਹੋ ਤੇ ਮੇਰੇ ਖਿਆਲ 'ਚ ਸ਼੍ਰੋਮਣੀ ਅਕਾਲੀ ਦਲ ਕੋ ਵੀ ਬਹੁਤ ਸਾਰਾ ਸਰਮਾਇਆ, ਉਹ ਆਪਣੇ ਬੰਦਿਆਂ ਨੂੰ ਖਰੀਦੋ ਫਰੋਖਤ ਉਹ ਆਪ ਵੀ ਕਰ ਸਕਦੇ ਆ। ਦੂਜੀ ਗੱਲ, ਜੇਕਰ ਉਹ ਸ਼੍ਰੋਮਣੀ ਕਮੇਟੀ ਦੇ ਟਿਕਟ 'ਚ ਚੁਣੇ ਹੋਏ ਨੁਮਾਇੰਦੇ ਨੇ, ਮੈਂਬਰ ਨੇ, ਜੇ ਉਹਨਾਂ ਨੂੰ ਆਪਣੇ ਆਗੂਆਂ ਉੱਤੇ ਭਰੋਸਾ ਨਹੀਂ ਹੈਗਾ ਤੇ ਇਹਦੇ ਵਿੱਚ ਤੇ ਕੋਈ ਹੋਰ ਕੁਝ ਨਹੀਂ ਕਰ ਸਕਦਾ। ਉਹਨਾਂ ਨੂੰ ਆਪਣੇ ਬੰਦਿਆਂ ਉੱਤੇ, ਆਪਣੇ ਮੈਂਬਰਾਂ ਉੱਤੇ ਭਰੋਸਾ ਹੋਣਾ ਚਾਹੀਦਾ ਸੀ। ਜੇ ਭਰੋਸਾ ਨਹੀਂ ਹੈ ਤੇ ਫਿਰ ਉਹਨਾਂ ਦੇ ਵਿੱਚ ਕੋਈ ਨਾ ਕੋਈ ਕਮਜ਼ੋਰੀ ਜ਼ਰੂਰ ਹੈ, ਜਿਹਦੇ ਕਰਕੇ ਉਹਨਾਂ ਦੇ ਮਨ ਜਿਹੜੀ ਆ ਉਹ ਇਸ ਵੇਲੇ ਕਾਫੀ ਘਬਰਾਹਟ ਵਿੱਚ ਆ ਕਿ ਸਾਡੇ ਕੋਲੋਂ ਜਿਹੜੇ ਮੈਂਬਰ ਮਨਫੀ ਹੋ ਰਹੇ ਨੇ। ਔਰ ਹੈ ਵੀ ਇਹ ਬਿਲਕੁਲ ਸਹੀ ਗੱਲ ਆ। ਅੱਜ ਦੀ ਤਰੀਕ ਦੇ ਵਿੱਚ ਜਿਵੇਂ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਮੌਜੂਦਾ ਲੀਡਰਸ਼ਿਪ ਨੂੰ ਨਕਾਰ ਦਿੱਤਾ ਔਰ ਕਿੰਨੀ ਨਮੋਸ਼ੀਜਨਕ ਹਾਰਾਂ ਉਹਨਾਂ ਨੂੰ ਦਿੱਤੀਆਂ ਨੇ, ਉਸ ਹਿਸਾਬ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਕਾਫੀ ਮੈਂਬਰ ਜਿਹੜੇ ਆ ਉਹ ਅੰਦਰੋਂ ਅੰਦਰ ਹੀ ਇਸ ਲੀਡਰਸ਼ਿਪ ਤੋਂ ਕਾਫੀ ਖਫਾ ਹੈ। ਉਹ ਇਸ ਲੀਡਰਸ਼ਿਪ ਨੂੰ ਕਿਨਾਰੇ ਕਰਨ ਵਾਸਤੇ ਮੇਰੇ ਖਿਆਲ 'ਚ ਕੱਲ ਨੂੰ ਕੋਈ ਨਾ ਕੋਈ ਕ੍ਰਿਸ਼ਮਾ ਜ਼ਰੂਰ ਉਹ ਕਰਨਗੇ। ਪਹਿਲਾਂ ਉਹ ਤੋਂ ਪਹਿਲਾਂ ਆਡੀਓ ਸੁਣ ਲਈਏ ਆਪਾਂ, ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ। ਕਈ ਜੇ ਫੋਨ ਤੇ ਗੱਲ ਕਰਨੀ ਹੈ ਤੇ ਮੈਂ ਤੁਹਾਨੂੰ ਆਣ ਕੇ ਫੋਨ ਤੇ ਗੱਲ ਕਰਵਾ ਦਾਂਗਾ। ਜੇ ਤੁਸੀਂ ਚਾਹੁੰਦੇ ਹੋ ਮਿਲਣਾ ਫਿਰ ਆਪਾਂ ਨੂੰ ਦਿੱਲੀ ਜਾਣਾ ਪਏਗਾ। ਇਹ ਤੁਹਾਡੀ ਆਵਾਜ਼ ਜੇ ਕਹਿੰਦੇ ਨਾ ਗੱਲ ਤਾਂ ਇੱਥੇ ਹੀ ਸੀ, ਗੱਲ ਤਾਂ ਸਾਰੀ ਦਿਹਾੜੀ ਇੱਥੇ ਹੀ ਰਿਹਾ, ਜਲੰਧਰ ਹੀ ਮੈਂ ਅੱਛਾ ਕੱਲ ਦਿਹਾੜੀ ਹੁਣ ਮੈਂ ਵੀ। ਇਹ ਦੇਖੋ, ਇਹ ਤੁਹਾਡੀ ਆਵਾਜ਼ ਹੈ ਜੀ। ਬਿਲਕੁਲ ਠੀਕ ਹੈ। ਇਹਦੇ ਵਿੱਚ ਇਹੀ ਹੈ ਨਾ, ਜੇ ਤੁਸੀਂ ਮਿਲਣਾ ਚਾਹੁੰਦੇ ਹੋ, ਜਿਵੇਂ ਉਹਨਾਂ ਨੇ ਖੁਆਇਸ਼ ਕੀਤੀ ਕਿ ਸਾਨੂੰ ਮਿਲਾਓ, ਅਸੀਂ ਆਖਿਆ ਠੀਕ ਹੈ ਮਿਲਾ ਦਾਂਗੇ। ਜੇ ਮਿਲਣਾ ਹੈ ਤੇ ਸਾਨੂੰ ਉੱਥੇ ਜਾਣਾ ਪਏਗਾ। ਮੁਲਾਕਾਤ ਦਾ ਮਾਇਨਾ ਕੀ ਸਮਝੀਏ? ਵੇਖੋ, ਰਾਜਨੀਤਿਕ ਬੰਦਿਆਂ ਦੇ ਜਾਂ ਸਮਾਜਿਕ ਕਈ ਸਰੋਕਾਰਾਂ ਕਰਕੇ ਕਈ ਮਿਲਣਾ ਚਾਹੁੰਦੇ ਆ, ਪਰ ਇਸ ਨੂੰ ਜੇ ਆਪਾਂ ਡਾਇਰੈਕਟਲੀ ਕਹਿ ਦਈਏ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਜਾਂ ਚੋਣ ਨਾਲ ਸੰਬੰਧਿਤ ਆ, ਤੇ ਮੈਂ ਨਹੀਂ ਸਮਝਦਾ ਕਿ ਇਹਨੂੰ ਆਪਾਂ ਇਸ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ। ਲਗਾਤਾਰ ਸਰਚਾਨ ਜੀ ਦੋਸ਼ ਲੱਗੇ, ਲਗਾਤਾਰ ਇਕਬਾਲ ਸਿੰਘ ਲਾਲਪੁਰਾ ਦਾ ਜ਼ਿਕਰ ਆਉਂਦਾ ਹੈ ਕਿ ਸਾਰਾ ਕੁਝ ਇਹ ਕਰਵਾ ਰਹੇ ਨੇ, ਇਹ ਬੀਬੀ ਜਗੀਰ ਕੌਰ ਦੇ ਟੱਚ 'ਚ ਨੇ, ਇਹ ਐਸਜੀਪੀਸੀ ਮੈਂਬਰਾਂ ਨੂੰ ਕਿਤੇ ਨਾ ਕਿਤੇ ਅਸੀਂ ਕਹਿ ਦਈਏ ਕਿ ਵਰਗਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਕਾਲੀ ਦਲ ਲਗਾਤਾਰ ਆਪਦੇ ਪੁਰਾਣੇ ਸਾਥੀਆਂ ਤੇ ਮਤਲਬ ਦੋਸ਼ ਲਾ ਰਿਹਾ, ਬੀਜੇਪੀ ਦੇ ਆਗੂਆਂ ਦੇ ਦੋਸ਼ ਲਾ ਰਿਹਾ। ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਹੀ ਕਮਜ਼ੋਰੀ ਹੈ, ਜਿਹੜਾ ਕਿ ਕਿਸੇ ਹੋਰ ਪਾਰਟੀ ਦੇ ਉੱਤੇ ਉਹ ਵੇਖ ਰਹੇ ਕਿ ਜਾਂ ਸਾਡਾ ਇਹ ਨੁਕਸਾਨ ਕਰ ਰਹੇ ਨੇ। ਅਸਲ 'ਚ ਨੁਕਸਾਨ ਉਹਨਾਂ ਦਾ ਆਪਣਾ ਆਪ ਹੀ, ਉਹ ਆਪ ਹੀ ਨੁਕਸਾਨ ਕਰ ਰਹੇ ਨੇ। ਜੇ ਉਹ ਆਪਣੀਆਂ ਨੀਤੀਆਂ ਸਹੀ ਰੱਖੀਆਂ ਹੁੰਦੀਆਂ ਤੇ ਕਿਸੇ ਵੀ ਸ਼੍ਰੋਮਣੀ ਕਮੇਟੀ ਮੈਂਬਰ ਨੇ ਇਹਨਾਂ ਤੋਂ ਵੱਖਰਿਆਂ ਨਹੀਂ ਸੀ ਜਾਣਾ। ਵੇਖੋ, ਤੁਹਾਡੇ ਸਾਹਮਣੇ ਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਬਜ਼ਾ ਕਿੰਨਾ ਦਾ ਸ਼੍ਰੋਮਣੀ ਕਮੇਟੀ ਦਾ, ਥਰੂ ਕਿੰਨਾ ਦੇ ਬਾਦਲ ਸਾਹਿਬ ਉਹਨਾਂ ਦਾ ਕਬਜ਼ਾ। ਔਰ ਉਸ ਕਬਜ਼ੇ ਦੌਰਾਨ ਪਿਛਲੇ 2015 ਦੌਰਾਨ ਜੋ ਕੁਝ ਹੋਇਆ ਉਹ ਬੜਾ ਹੀ ਤੁਹਾਨੂੰ ਪਤਾ ਹਿਰਦੇ ਵੇਦਕ ਘਟਨਾਵਾਂ ਵਾਪਰੀਆਂ ਨੇ, ਜਿਨ੍ਹਾਂ ਦੀ ਸ਼ੁਰੂਆਤ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਮੰਗਿਆ ਸੌਦਾ ਸਾਧ ਨੂੰ ਮਾਫੀ ਦੇਣ ਤੋਂ ਲੈ ਕੇ ਮੁੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਔਰ ਗੋਲੀਆਂ ਚਲਾਈਆਂ। ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਦੀ ਇਹਨਾਂ ਨੇ ਸਰਪ੍ਰਸਤ ਕੀਤੀ। ਪੰਥ ਦੇ ਵਿੱਚ ਇੰਨਾ ਜ਼ਿਆਦਾ ਵਿਰੋਧ ਹੋਇਆ ਜਿਸ ਕਰਕੇ ਸ਼੍ਰੀ ਅਕਾਲੀ ਦਲ ਦਾ ਪਤਨ ਜਿਹੜਾ ਉਦੋਂ ਹੀ ਸ਼ੁਰੂ ਹੋਣਾ ਸ਼ੁਰੂ। ਸਰਚਾਨ ਜੀ, ਇਹ ਵਿਰੋਧ ਉਦੋਂ ਹੀ ਕਦੋਂ ਬਾਹਲਾ ਤੁਹਾਨੂੰ ਲੱਗਣ ਲੱਗਿਆ, ਉਦੋਂ ਜ਼ਿਆਦਾ ਕਿਉਂ ਅਸੀਂ ਕਹਿ ਦਈਏ ਕਿ ਵੱਡਾ ਹੋਇਆ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਟੁੱਟ ਗਿਆ? ਇਹ ਪਹਿਲਾਂ ਕਿਉਂ ਨਹੀਂ ਰਿਹਾ? ਕਿਉਂਕਿ ਇਹ ਘਟਨਾਵਾਂ ਤਾਂ ਬਹੁਤ ਪੁਰਾਣੀਆਂ ਨੇ। ਉਦੋਂ ਅਕਾਲੀ ਦਲ ਤੇ ਭਾਜਪਾ ਇੱਕ ਹੱਥ ਰਹੇ ਨੇ, ਇੱਕ ਜੁਟ ਰਹੇ ਨੇ। ਮੈਂ ਵਿੱਚ ਇਹ ਗੱਲ ਕਹਿਣੀ ਚਾਹਾਂਗਾ, ਤੁਹਾਨੂੰ ਪਤਾ ਮੇਰਾ ਸੰਬੰਧ ਦਮਦਮੀ ਟਕਸਾਲ ਨਾਲ ਵੀ ਰਿਹਾ। ਜਦੋਂ ਇਹ ਬੇਅਦਬੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਉਸ ਵੇਲੇ ਤੁਹਾਡਾ ਵੀਰ ਵੀ ਇੱਕ ਹਿੱਸਾ ਰਿਹਾ ਸੰਤ ਸਮਾਜ ਦਾ, ਜਿੱਥੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੂੰ ਇੱਕ ਵਫਦ ਵਜੋਂ ਮਿਲਣ ਦਾ ਮੌਕਾ ਮਿਲਿਆ। ਉਸ ਦੌਰਾਨ ਵੀ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹ ਕੁਝ ਕੀਤਾ, ਬਹੁਤ ਗਲਤ ਕੀਤਾ। ਬਾਬਾ ਜੀ ਨੇ ਵੀ ਗੱਲ ਕੀਤੀ ਸੀ, ਪਰ ਵੇਖੋ ਉਸ ਵੇਲੇ ਵੀ ਉਹਨਾਂ ਨੇ ਕਿਤੇ ਵੀ ਇਹ ਮਹਿਸੂਸ ਨਹੀਂ ਕੀਤਾ ਕਿ ਜਾਂ ਇਹਨਾਂ ਦੀ ਗੱਲ ਦੇ ਵਿੱਚ ਕੁਝ ਵਜਨ ਹੈ। ਸੱਤਾ ਤੇ ਨਸ਼ਾ ਸੀ ਉਹਨਾਂ ਉਸ ਵੇਲੇ ਵੀ, ਨਾ ਹੀ ਉਹਨਾਂ ਨੇ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਦੀ ਜਿਹੜੀ ਆ ਉਹ ਕਾਰਵਾਈ ਕੀਤੀ। ਭਾਵੇਂ ਬੇਸ਼ੱਕ ਸ਼੍ਰੋਮਣੀ ਕਮੇਟੀ ਨੇ ਹਟਾਉਣਾ, ਪਰ ਜੋ ਕੁਝ ਹੋਣਾ ਸੀ ਉਹ ਉਹਨਾਂ ਦੇ ਕਹਿਣ ਤੇ ਹੀ ਹੋਣਾ ਸੀ, ਪਰ ਉਹਨਾਂ ਨੇ ਅਜਿਹਾ ਕੁਝ ਨਹੀਂ ਕੀਤਾ। ਬੇਅਦਬੀਆਂ ਲਗਾਤਾਰ ਹੋਈਆਂ, ਬੇਅਦਬੀਆਂ ਦੇ ਦੋਸ਼ੀਆਂ ਨੂੰ ਗ੍ਰਿਫਤਾਰੀਆਂ ਨਹੀਂ ਹੋਈਆਂ। ਔਰ ਇੱਥੋਂ ਤੱਕ ਕਿ ਜਿਸ ਬੇਅਦਬੀ ਨੂੰ ਲੈ ਕੇ
ਇੱਕ ਕਮੇਟੀ ਬਣਾਈ ਸੀ ਜੋਰਾਸੀ ਕਮਿਸ਼ਨ, ਉਸ ਕਮਿਸ਼ਨ ਦਾ ਕੀ ਰਿਜ਼ਲਟ ਆਇਆ ਤੁਹਾਡੇ ਸਾਹਮਣੇ ਹੈ। ਤਾਂ ਮੈਂ ਸਮਝਦਾ ਕਿ ਇਹ ਲੀਡਰਸ਼ਿਪ ਜਿਹੜੀ ਹੈ ਨਾ, ਇਹ ਇਸ ਵੇਲੇ ਦੀ ਇਹ ਅਕਾਲੀ ਦਲ ਦੀ ਲੀਡਰਸ਼ਿਪ, ਇਹ ਪੰਥਕ ਸਰੋਕਾਰਾਂ ਤੋਂ ਕਾਫੀ ਪਿੱਛੇ ਹਟ ਚੁੱਕੇ ਨੇ। ਪੰਥਕ ਸਰੋਕਾਰਾਂ ਦੀ ਗੱਲ ਕਰ ਲਈਏ, ਪਰ ਜਿਸ ਤਰੀਕੇ ਨਾਲ ਬੀਬੀ ਜਗੀਰ ਕੌਰ ਇਸ ਟਾਈਮ ਇਲੈਕਸ਼ਨ ਦੇ ਵਿੱਚ ਆਜ਼ਾਦ ਤੌਰ ਤੇ ਖੜੇ ਹੋਏ ਨੇ, ਬੀਬੀ ਜਗੀਰ ਕੌਰ ਦੀ ਭਾਜਪਾ ਦੇ ਨੇਤਾ ਨਾਲ ਜਾਂ ਫਿਰ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਹੋਈ ਹੈ, ਗੱਲਬਾਤ ਹੋਈ ਹੈ ਕੋਈ? ਵੇਖੋ, ਮੈਨੂੰ ਨਹੀਂ ਪਤਾ ਕਿ ਲਾਲਪੁਰਾ ਸਾਹਿਬ ਨਾਲ ਬੀਬੀ ਜੀ ਦੀ ਮੁਲਾਕਾਤ ਹੋਈ ਕਿ ਨਹੀਂ ਹੋਈ। ਇਹਦੇ ਬਾਰੇ ਬੀਬੀ ਜੀ ਨੂੰ ਪਤਾ ਹੋਊਗਾ ਜਾਂ ਲਾਲਪੁਰਾ ਸਾਹਿਬ ਨੂੰ ਪਤਾ ਹੋਊਗਾ। ਮੈਂ ਕਿਤੇ ਵੀ ਨਹੀਂ ਪੁੱਛਿਆ ਉਹਨਾਂ ਨੂੰ ਕਿ ਤੁਹਾਡੀ ਕੋਈ ਗੱਲਬਾਤ ਹੋਈ ਬੀਬੀ ਜੀ ਨਾਲ। ਨਹੀਂ, ਮੇਰੀ ਬੀਬੀ ਜੀ ਨਾਲ ਕੋਈ ਗੱਲਬਾਤ ਨਹੀਂ ਹੋਈ। ਬੇਸ਼ੱਕ ਤੁਸੀਂ ਬੀਬੀ ਜੀ ਨੂੰ ਪੁੱਛ ਸਕਦੇ ਹੋ। ਪਰ ਜਿਸ ਤਰੀਕੇ ਦੇ ਨਾਲ ਹੁਣ ਸਰਕਮਸਟਾਂਸ ਬਣ ਰਹੇ ਨੇ, ਜਿਸ ਤਰੀਕੇ ਦੇ ਨਾਲ ਹਾਲਾਤ ਬਣ ਰਹੇ ਨੇ, ਕੀ ਮੰਨ ਲਈਏ ਭਾਜਪਾ ਅਕਾਲੀ ਦਲ ਨੂੰ ਐਸਜੀਪੀਸੀ ਤੋਂ ਬਾਹਰ ਕਰਨਾ ਚਾਹੁੰਦੀ ਹੈ? ਭਾਜਪਾ ਅਕਾਲੀ ਦਲ ਨੂੰ ਐਜੀਪੀਸੀ ਤੋਂ ਬਾਹਰ ਕਰਨਾ ਨਹੀਂ ਚਾਹੁੰਦੀ। ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਭਾਜਪਾ ਦਾ ਇਸ ਚੋਣ ਨਾਲ ਕੋਈ ਲੈਣਾ ਦੇਣਾ ਨਹੀਂ। ਸਿੱਖ ਭਾਈਚਾਰਾ, ਸਿੱਖ ਪੰਥ, ਸਿੱਖ ਕੌਮ, ਇਹਨਾਂ ਦੀ ਆਪਣੀ ਮਨਸ਼ਾ ਹੈ ਕਿ ਇਸ ਵਾਰ ਬਾਦਲਾਂ ਨੂੰ ਘੱਟੋ ਘੱਟ ਸ਼੍ਰੋਮਣੀ ਕਮੇਟੀ ਤੋਂ ਸਾਈਡ ਤੇ ਕਰ ਦਿੱਤਾ ਜਾਵੇ, ਤਾਂ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸਹੀ ਹੱਥਾਂ 'ਚ ਆਵੇ। ਸ਼੍ਰੀ ਅਕਾਲ ਤਖਤ ਸ਼੍ਰੋਮਣੀ ਕਮੇਟੀ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਸਿਆਸੀ ਦਬਾਅ ਜਿਹੜਾ ਨਾ ਪਵੇ। ਸਿਆਸੀ ਕਿਹੜੇ ਨੇ ਸਹੀ ਹੱਥ? ਜਿਹੜੇ ਬਾਦਲ ਦੇ ਵਿਰੋਧੀ ਨੇ, ਮੈਂ ਸਮਝਦਾ ਕਿ ਉਹਨਾਂ ਤੇ ਕੁਝ ਜਿਹੜੇ ਹੈਗੇ ਨੇ ਪੰਥ ਸਰੋਕਾਰਾਂ ਨੂੰ ਲੈ ਕੇ ਅੱਗੇ ਹੋਏ ਨੇ। ਮੈਂ ਸਮਝਦਾ ਉਹਨਾਂ ਨੂੰ ਇੱਕ ਵਾਰ ਮੌਕਾ ਜ਼ਰੂਰ ਦਿੱਤਾ ਜਾਣਾ ਚਾਹੀਦਾ। ਸਹੀ ਹੈ ਇਸ ਵਕਤ? ਬਿਲਕੁਲ ਸਹੀ ਹੈ। ਜਗੀਰ ਕੌਰ ਉਹੀ ਨੇ ਜੋ 27-28 ਸਾਲ ਬਾਅਦ ਬਾਦਲ ਪਰਿਵਾਰ ਨਾਲ ਰਹੇ ਨੇ, ਅਕਾਲੀ ਦਲ 'ਚ ਰਹੇ ਨੇ। ਹੁਣ ਤੁਸੀਂ ਕਹਿੰਦੇ ਹੋ ਜੇ ਅੱਜ ਕੱਲ ਨੂੰ ਪਾਰਟੀ ਨੇ ਬਾਹਰ ਕੱਢਤਾ, ਹੁਣ ਬਿਲਕੁਲ ਠੀਕ ਨਹੀਂ। ਵੇਖੋ, ਰਾਜਨੀਤੀ ਦੇ ਵਿੱਚ ਬੜਾ ਕੁਝ ਹੋ ਜਾਂਦਾ, ਠੀਕ ਹੈ। ਤੁਹਾਨੂੰ ਪਤਾ, ਬੀਬੀ ਨਾਲ ਮੇਰੇ ਵੀ ਕਈ ਵਾਰ ਮਤਭੇਦ ਕਾਫੀ ਪਿੱਛੇ ਵੀ ਰਹੇ ਨੇ, ਪਰ ਵਿਅਕਤੀਗਤ ਮਤਭੇਦ ਆਪਣੇ ਥਾਂ ਨੇ। ਪਰ ਅੱਜ ਦੇ ਤਰੀਕ 'ਚ ਜਿਵੇਂ ਵਧੇਰੇ ਪੰਥਕ ਹਿੱਤਾਂ ਦੀ ਜੇ ਗੱਲ ਕਰੀਏ, ਤੇ ਮੈਂ ਸਮਝਦਾ ਹਾਂ ਕਿ ਬਾਦਲਾਂ ਨੂੰ ਉੱਥੋਂ ਆਪਣੀ ਜਿਹੜੀ ਇਹਨਾਂ ਦੀ ਪਾਵਰ ਤੋਂ ਹਟਾਉਣਾ ਬਹੁਤ ਜ਼ਰੂਰੀ ਹੈ। ਕਿੰਨੇ ਮੈਂਬਰ ਹੈ ਜਿਹੜੇ ਭਾਜਪਾ ਦੇ ਸੰਪਰਕ 'ਚ ਨੇ, ਜਾਂ ਮੈਂ ਕਹਿੰਦਾ ਪ੍ਰੋਫੈਸਰ ਸੰਚਾਨ ਦੇ ਸੰਪਰਕ 'ਚ ਨੇ? ਜੇ ਤੁਸੀਂ ਗੱਲ ਕਰਦੇ ਹੋ ਬਤੌਰ ਭਾਜਪਾ ਲੀਡਰ ਕਿ ਮੇਰੇ ਸੰਪਰਕ 'ਚ ਹੋਵੇ, ਫਿਰ ਮੈਂ ਕਹਾਂਗਾ ਕੋਈ ਨਹੀਂ। ਪਰ ਬਤੌਰ ਇੱਕ ਸਿੱਖ ਮੇਰਾ ਸਾਰਿਆਂ ਨਾਲ ਸੰਪਰਕ ਚੱਲਦਾ, ਮੇਰੇ ਕਈਆਂ ਨਾਲ ਵੀ, ਮੇਰੇ ਯਾਰਾਂ ਦੋਸਤਾਂ, ਔਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ ਪੁਰਾਣਾ ਇੱਕ ਮੈਂਬਰ ਰਿਹਾ, ਇਸ ਕਰਕੇ ਤਕਰੀਬਨ ਬਹੁਤ ਸਾਰੇ ਮੈਂਬਰਾਂ ਦੇ ਨਾਲ ਮੇਰੀ ਅੱਜ ਵੀ ਰੋਜ਼ ਹੀ ਜਿਹੜੀ ਗੱਲਬਾਤ ਹੁੰਦੀ ਰਹਿੰਦੀ ਹੈ। ਉਹ ਅਸੀਂ ਇੱਕ ਦੂਜੇ ਦੇ ਨਾਲ ਪੰਥ ਦੇ ਵਾਸਤੇ ਜਾਂ ਸਮਾਜਿਕ ਸਰੋਕਾਰਾਂ ਨੂੰ ਲੈ ਕੇ ਚਰਚਾ ਅਸੀਂ ਕਰਦੇ ਰਹਿੰਦੇ ਹਾਂ। ਪ੍ਰੋਫੈਸਰ, ਤੁਸੀਂ ਕਹਿੰਦੇ ਹੋ ਵੀ ਭਾਜਪਾ ਕਦੇ ਵੀ ਧਾਰਮਿਕ ਚੋਣਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੀ। ਹਰਿਆਣਾ ਕਮੇਟੀ ਦਾ ਜ਼ਿਕਰ ਕਰ ਲਈਏ, ਜ਼ਿਕਰ ਇਹੀ ਹੋਇਆ, ਚਰਚਾ ਇਹੀ ਹੈ ਕਿ ਭਾਜਪਾ ਦੇ ਇਸ਼ਾਰੇ ਤੇ ਹੋ ਰਹੀ ਹੈ। ਹੁਣ ਹਰਿਆਣਾ ਦੀ ਸਰਕਾਰ ਨੇ ਇੱਕ ਤਰ੍ਹਾਂ ਦਾ ਅਡੌਕ ਕਮੇਟੀ ਬਣਾ ਕੇ ਹਾਈਜੈਕ ਕੀਤੀ ਹੋਈ ਹੈ। ਦਿੱਲੀ ਕਮੇਟੀ ਦੀ ਗੱਲ ਕਰ ਲਈਏ, ਉਹ ਵੀ ਕਹਿੰਦੇ ਭਾਜਪਾ ਦੇ ਇਸ਼ਾਰਿਆਂ ਤੋਂ ਬਿਨਾਂ ਚੱਲ ਨਹੀਂ ਰਹੀ, ਸਭ ਕੁਝ ਭਾਜਪਾ ਦੇ ਇਸ਼ਾਰਿਆਂ ਤੇ ਹੋ ਰਿਹਾ। ਹੁਣ ਪੰਜਾਬ 'ਚ ਸ਼੍ਰੋਮਣੀ ਕਮੇਟੀ ਦੇ ਅੰਦਰ ਵੀ ਭਾਜਪਾ ਦੀ ਦਖਲਅੰਦਾਜ਼ੀ ਪੂਰੀ ਹੈ। ਵੇਖੋ, ਇਹ ਤਾਂ ਬਿਲਕੁਲ ਬੇਬੁਨਿਆਦ ਤੱਥ ਨੇ। ਜੇ ਦਿੱਲੀ ਕਮੇਟੀ ਦੀ ਗੱਲ ਕਰੀਏ, ਉੱਥੇ ਦਿੱਲੀ ਕਮੇਟੀ ਦੇ ਵਿੱਚ ਭਾਜਪਾ ਦਾ ਕੀ ਰੋਲ ਹੈ ਜੀ? ਇਹਨਾਂ ਦੇ ਬੰਦੇ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਬਣਾ ਲਈ ਹੈ, ਤਾਂ ਉਹਨਾਂ ਨੇ ਆਪਣਾ ਵੱਖਰਾ ਢਾਂਚਾ ਕਾਇਮ ਕਰਕੇ ਦਿੱਲੀ ਕਮੇਟੀ ਦੇ ਉੱਤੇ ਉਹਨਾਂ ਨੇ ਆਪਣੀ ਜਿਹੜੀ ਹੈਗੀ ਆ ਉਹ ਚਾਰਜ ਲਿਆ ਹੋਇਆ ਹੈ। ਸੁਖਬੀਰ ਸਿੰਘ ਬਾਦਲ ਵੀ ਲਾਉਂਦੇ ਨੇ ਨਾ, ਤੁਸੀਂ ਕਿਉਂ ਇਹਨਾਂ ਦੇ ਬੰਦੇ ਵੱਖ ਹੋਏ ਨੇ? ਉਹ ਆਪ ਕਹਿੰਦੇ ਨੇ ਕਿ ਭਾਜਪਾ ਚਲਾ ਰਹੀ ਹੈ, ਭਾਜਪਾ ਨੇ ਆਪਦੇ ਅੰਡਰ ਕਰਨੇ ਸਨ। ਇਹ ਬਿਲਕੁਲ ਬੇਬੁਨਿਆਦ ਦੋਸ਼ ਹੈ। ਆਪਣੀ ਜਿਹੜੀ ਇਹਨਾਂ ਨਾਕਾਮੀਆਂ ਨੂੰ ਲੁਕਾਉਣ ਲਈ ਦੂਜੇ ਉੱਤੇ ਭਾਂਡਾ ਭੰਨ ਦੇਣਾ ਜਾਂ ਥੋਪ ਦੇਣਾ, ਇਹ ਮੇਰੇ ਖਿਆਲ ਚੰਗੀ ਗੱਲ ਨਹੀਂ ਹੈ। ਜੇ ਤੁਸੀਂ ਹਰਿਆਣੇ ਦੀ ਗੱਲ ਕਰੋ, ਤੇ ਤੁਹਾਨੂੰ ਪਤਾ ਹੈ ਹਰਿਆਣਾ ਕਮੇਟੀ ਜਿਹੜਾ ਐਕਟ ਬਣਿਆ 2014 'ਚ, ਔਰ 2014 ਤੋਂ ਪਹਿਲਾਂ ਵੀ ਔਰ ਬਾਅਦ ਦੇ ਵਿੱਚ ਵੀ ਲਗਾਤਾਰ 26 ਸਾਲ ਸੁਖਬੀਰ ਸਿੰਘ ਬਾਦਲ ਔਰ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਬੀਜੇਪੀ ਨਾਲ ਸਾਂਝ ਰਹੀ ਹੈ। ਜੇ 2000 ਇਹਨਾਂ ਨੂੰ ਚਾਹੀਦਾ ਤਾਂ ਇਹ ਸੀ ਨਾ ਕਿ ਜੇ ਇਹ ਵਾਕਈ ਹੀ ਇਹ ਸੋਚਦੇ ਸੀ ਕਿ ਹਰਿਆਣਾ ਕਮੇਟੀ ਨਹੀਂ ਸੀ ਬਣਨੀ ਚਾਹੀਦੀ, ਤੇ ਉਸ ਵੇਲੇ ਜੇ ਸਿਆਸੀ ਸੀ ਇਹ, ਤੇ ਉਸ ਵੇਲੇ ਇਹ ਕਿਉਂ ਨਾ ਸੈਂਟਰ ਗਵਰਨਮੈਂਟ ਨਾਲ ਗੱਲ ਕੀਤੀ। ਔਰ ਵੇਖੋ, ਦੂਜੀ ਗੱਲ ਇਹ ਆ ਕਿ ਜਦੋਂ ਕੇਸ ਚੱਲਿਆ ਸੁਪਰੀਮ ਕੋਰਟ ਦੇ ਵਿੱਚ, ਉਸ ਤੋਂ ਦੌਰਾਨ ਵੀ ਮੈਨੂੰ ਪਤਾ ਲੱਗਾ ਕਿ ਇਹਨਾਂ ਨੇ ਆਪਣੇ ਵੱਲੋਂ ਕੋਈ ਵੀ ਚੱਜ ਦਾ ਵਕੀਲ ਨਹੀਂ ਸੀ ਕੀਤਾ, ਠੀਕ ਹੈ। ਔਰ ਉਹ ਸਾਰਾ ਦਾ ਸਾਰਾ ਵੇਖੋ, ਜੇ ਜਿਹੜੇ ਸੰਵਿਧਾਨਕ ਪੱਖਾਂ ਨੂੰ ਜਾਣਦੇ ਨੇ, ਉਹਨਾਂ ਨੂੰ ਪਤਾ ਉਹ ਹਰਿਆਣਾ ਕਮੇਟੀ ਬਣਨੀ ਸੀ। ਹਾਂ, ਕਮੇਟੀ ਨੂੰ ਬਣਨ ਤੋਂ ਰੋਕਿਆ ਜਾ ਸਕਦਾ ਸੀ। ਰੋਕਿਆ ਤਾਂ ਜਾ ਸਕਦਾ ਜੇਕਰ ਆਪਾਂ ਹਰਿਆਣਾ ਦੇ ਜਿਹੜੇ ਉੱਥੋਂ ਦੇ ਲੋਕਾਂ ਨੂੰ ਆਪਾਂ ਕੋਈ ਮਾਨਤਾ ਦਿੰਦੇ, ਉਹਨਾਂ ਨੂੰ ਆਪਣੇ ਅਧਿਕਾਰ ਦਿੰਦੇ। ਵੇਖੋ, ਇੰਨੇ ਸਾਲਾਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਦੇ ਸਿੱਖਾਂ ਉੱਤੇ ਆਪਣਾ ਦਾਅਵਾ ਤਾਂ ਜ਼ਰੂਰ ਜਤਾਇਆ, ਪਰ ਹਰਿਆਣਾ ਦੇ ਸਿੱਖਾਂ ਨੂੰ ਕਦੇ ਵੀ ਮਾਨਤਾ ਨਹੀਂ ਦਿੱਤਾ। ਅੱਜ ਤੱਕ ਉਹਨਾਂ ਨੂੰ ਨਾ ਕਦੇ MLA ਨਾ MP ਬਣਾਇਆ। ਤੇ ਵੇਖੋ, ਜੇ ਸਾਰਾ ਕੁਝ ਤੁਸੀਂ ਆਪਣੇ ਘਰ ਵਾਸਤੇ ਕਰੋਗੇ, ਦੂਜਿਆਂ ਦਾ ਖਿਆਲ ਵੀ ਨਹੀਂ ਰੱਖੋਗੇ, ਦੂਜੇ ਹਿੱਤਾਂ ਦਾ ਖਿਆਲ ਨਹੀਂ, ਸਗੋਂ ਹਨਨ ਕਰੋਗੇ, ਤੇ ਫਿਰ ਉਹਦਾ ਰਿਜ਼ਲਟ ਇਸੇ ਤਰ੍ਹਾਂ ਦਾ ਹੀ ਆਉਣਾ।
ਕੰਕਲੂਡ ਕਰਦੇ ਹਾਂ ਆਪਾਂ ਇੰਟਰਵਿਊ ਨੂੰ। ਜਿਹੜਾ ਕੱਲ ਦਾ ਚੈਪਟਰ ਹੋਇਆ ਉਸ ਚੈਪਟਰ ਤੋਂ ਬਾਅਦ ਭਵਿੱਖ ਕੀ ਹੈ, ਐਸਜੀਪੀਸੀ ਦਾ ਕੀ ਲੱਗਦਾ ਹੈ ਖਾਸ ਤੌਰ ਤੇ ਬੀਬੀ ਜਗੀਰ ਕੌਰ ਨੂੰ ਅਸੀਂ ਪਹਿਲਾਂ ਹੀ ਪੁੱਛ ਚੁੱਕੇ ਹਾਂ ਕਿ ਕੀ ਉਹ ਹੁਣ ਭਾਜਪਾ ਜਾਂ ਕਿਸੇ ਹੋਰ ਪਾਰਟੀ ਜਾਣ ਦੇ ਚਾਹਵਾਨ ਨੇ, ਕੀ ਆਫਰ ਹੈ ਭਾਜਪਾ, ਤੁਸੀਂ ਕੋਈ ਆਫਰ ਦੇ ਰਹੇ ਹੋ ਜਾਂ ਭਾਜਪਾ ਕੋਈ ਆਫਰ ਦੇ ਰਹੀ ਹੈ ਇਸ ਵਕਤ? ਨਹੀਂ, ਬੀਬੀ ਜਗੀਰ ਕੌਰ ਭਾਜਪਾ 'ਚ ਜਾਣਦਾ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਭਾਜਪਾ 'ਚ ਜਾਣਗੇ। ਉਹ ਸ਼੍ਰੋਮਣੀ ਅਕਾਲੀ ਦਲ 'ਚ ਰਹਿਣਗੇ, ਸੇਵਾ ਕਰਨਗੇ। ਨਾ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਨੇ ਬਿਲਕੁਲ ਕੱਢਤਾ, ਕਹਿੰਦੇ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਨੇ ਤੇ ਨਾ ਹੀ ਬੀਬੀ ਦਾ ਅਕਾਲੀ ਦਲ ਆ। ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਬੀਬੀ ਨੂੰ ਕੱਢ ਦਿੱਤਾ, ਮੈਨੂੰ ਤਾਂ ਹੈਰਾਨੀ ਇਹ ਹੁੰਦੀ ਹੈ ਕਿ ਕੱਲਾ ਬੰਦਾ ਅੱਜ ਪਾਰਟੀ ਦੇ ਵਿੱਚ ਪ੍ਰਧਾਨ ਆ, ਹੋਰ ਕੋਈ ਅਹੁਦੇਦਾਰ ਨਹੀਂ ਹੈ। ਬੀਬੀ ਨੂੰ ਕਿਵੇਂ ਕੱਢ ਲਿਆ ਕਿਸੇ ਤਰ੍ਹਾਂ? ਤੇ ਜੇ ਮੰਨ ਲਓ ਜੇ ਇਸ ਨੂੰ ਕਾਨੂੰਨੀ ਪੱਖ ਤੋਂ ਵਿਚਾਰਿਆ ਜਾਵੇ ਤਾਂ ਬੀਬੀ ਨੂੰ ਕੱਢਣਾ ਇੰਨਾ ਖਾਲਾ ਜੀ ਦਾ ਵਾੜਾ ਨਹੀਂ ਹੈਗਾ। ਕਾਨੂੰਨ ਮੁਤਾਬਕ ਬੀਬੀ ਜੀ ਨੂੰ ਇਸ ਤਰ੍ਹਾਂ ਕੱਢਿਆ ਜਾਣਾ ਜਿਹੜਾ ਨਹੀਂ ਕੱਢਿਆ ਜਾ ਸਕਦਾ, ਕਿਉਂਕਿ ਸਾਰਾ ਢਾਂਚਾ ਹੀ ਭੰਗ ਗਿਆ। ਤੇ ਫਿਰ ਤੁਹਾਡੇ ਕੋਲ ਹੋਰ ਦੂਜੇ ਅਹੁਦੇਦਾਰੀ ਹੈ ਨਹੀਂ ਤਾਂ ਤੁਸੀਂ ਕਿਵੇਂ ਕਰ ਲੈਂਦੇ? ਕੇਵਲ ਤੇ ਕੇਵਲ ਵੇਖੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਹੋ ਰਿਹਾ। ਜਦੋਂ ਉਹਨਾਂ ਨੂੰ ਜਾਪਦਾ ਕਿ ਸਾਡੇ ਹਿੱਤਾਂ ਦਾ ਨੁਕਸਾਨ ਹੋ ਰਿਹਾ, ਅਸੀਂ ਆਪਣੇ ਹਿੱਤਾਂ ਦੀ ਪੂਰਤੀ ਕਰਨੀ ਆ, ਕੋਈ ਨਾ ਕੋਈ ਕਮੇਟੀ ਕਾਇਮ ਕਰ ਦਿੰਦੇ, ਭਾਵੇਂ ਉਹ ਅਨੁਸ਼ਾਸਨ ਕਮੇਟੀ ਹੋਵੇ ਜਾਂ ਕਿਸੇ ਹੋਰ ਦੂਜੀਆਂ ਕਮੇਟੀਆਂ ਹੋਣ। ਪਰ ਮੈਂ ਸਮਝਦਾ ਕਿ ਇਹ ਜਿਹੜੀ ਹੈ ਉਹ ਸਾਰੀਆਂ ਗੱਲਾਂ ਵਕਤੀ ਨੇ। ਕੱਲ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਜੇ ਬੀਬੀ ਜੀ ਦੀ ਜਿੱਤ ਹੁੰਦੀ ਹੈ ਤੇ ਮੈਨੂੰ ਪਤਾ ਕਿ ਆਉਣ ਵਾਲਾ ਜਿਹੜਾ ਰਾਜਨੀਤਿਕ ਪੰਥ ਦੀ ਰਾਜਨੀਤੀ ਜਿਹੜੇ ਉਹਦੇ ਵਿੱਚ ਬਹੁਤ ਕੁਝ ਉਥਲ-ਪੁਥਲ ਹੋਵੇ। ਸੰਕੇਤ ਮੰਨ ਲਈਏ, ਤੁਸੀਂ ਕਹਿੰਦੇ ਉਥਲ-ਪੁਥਲ ਹੈ, ਤਾਂ ਸੰਕੇਤ ਮੰਨ ਲਈਏ ਭਾਜਪਾ ਹੁਣ ਬੀਬੀ ਜਗੀਰ ਕੌਰ ਦੇ ਜ਼ਰੀਏ ਸਿੱਖ ਸਿਆਸਤ ਦੇ ਵਿੱਚ ਪੰਜਾਬ 'ਚ ਸ਼ਾਮਿਲ ਹੋਊਗੀ? ਨਹੀਂ, ਇਹ ਤੁਸੀਂ ਇਸ ਮੂਵਮੈਂਟ ਦੇ ਵਿੱਚ ਭਾਜਪਾ ਨੂੰ ਤਾਂ ਮਨਫੀ ਕਰਦੇ ਹੋ। ਮਨਫੀ ਤੁਸੀਂ ਕਹਿੰਦੇ ਹੋ ਮਨਫੀ ਕਰ ਦਈਏ, ਪਰ ਸਿਆਸਤ ਦਾ ਸਾਰਾ ਧੁਰਾ ਇਸ ਵਕਤ ਇਸ ਮੂਵਮੈਂਟ ਦਾ ਭਾਜਪਾ ਤੇ ਆ ਕੇ ਹੀ ਰੁਕਦਾ ਹੈ, ਭਾਜਪਾ ਤੋਂ ਸ਼ੁਰੂ ਹੋ ਰਿਹਾ ਹੈ। ਪਰ ਮੈਂ ਯਕੀਨ ਦਵਾਉਣਾ ਭਾਜਪਾ ਦਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਇਸ ਮੂਵਮੈਂਟ ਦੇ ਨਾਲ। ਇਸ ਕਰਕੇ ਵੇਖੋ ਬੀਬੀ ਆਪ ਹੀ ਬਹੁਤ ਮਜ਼ਬੂਤ ਹੋ ਰਹੀ ਹੈ ਔਰ ਉਹਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਪਲੱਸ ਜਿਹੜੇ ਅਕਾਲੀ ਦਲ ਤੋਂ ਬਾਗੀ ਧਿਰਾਂ ਨੇ ਉਹ ਵੀ ਸਾਰੀਆਂ ਧਿਰਾਂ ਇਕੱਠੀਆਂ ਹੋ ਰਹੀਆਂ ਨੇ। ਇਸ ਕਰਕੇ ਮੈਨੂੰ ਆਸ ਹੈ ਕਿ ਬੀਬੀ ਜੀ ਨੂੰ ਕੱਲ ਨੂੰ ਕਾਮਯਾਬੀ ਮਿਲੇਗੀ। ਨਾ ਕੇਵਲ ਬੀਬੀ ਜੀ ਨੂੰ, ਸਮੁੱਚੀ ਕੌਮ ਨੂੰ ਕਾਮਯਾਬੀ ਮਿਲੇਗੀ ਜਿਨ੍ਹਾਂ ਦੇ ਮਨ ਦੇ ਵਿੱਚ ਬਾਦਲਾਂ ਨੂੰ ਸਿਆਸੀ ਤੌਰ ਤੇ ਜਿਹੜਾ ਕਿਨਾਰੇ ਕਰਨ ਦੀ ਖੁਆਇਸ਼ ਰੱਖਦੇ ਨੇ। ਬਹੁਤ ਬਹੁਤ ਧੰਨਵਾਦ। ਸੋ ਹੁਣ ਦੇਖਣਾ ਇਹ ਹੈ ਕਿ ਕੱਲ ਦੇ ਐਪੀਸੋਡ ਦੇ ਵਿੱਚ ਕੀ ਹੋਵੇਗਾ। ਭਲਕੇ ਕੀ ਕੋਈ ਚਮਤਕਾਰ ਹੋਵੇਗਾ, ਭਲਕੇ ਕੀ ਆਜ਼ਾਦ ਆਵਾਜ਼ ਜਦੋਂ ਤੁਸੀਂ ਗੱਲ ਕਰਦੇ ਆ ਜਾਂ ਬਾਗੀ ਸੁਰਾਂ ਦੀ ਗੱਲ ਕਰਦੇ ਆ ਉਹਨਾਂ ਦੀ ਜਿੱਤ ਹੋਵੇਗੀ, ਜਾਂ ਫਿਰ ਐਸਜੀਪੀਸੀ ਦਾ ਪ੍ਰਧਾਨ ਇੱਕ ਵਾਰ ਫਿਰ ਉਸੇ ਤਰੀਕੇ ਨਾਲ ਲਿਫਾਫੇ ਚੋਂ ਨਿਕਲੇਗਾ ਜੋ ਹੁਣ ਤੱਕ ਚੱਲਦਾ ਹੈ। ਮੈਂ ਸੁਰਖਾਬ ਆਪਣੇ ਸਹਿਯੋਗੀ ਅਮਨਦੀਪ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਅੰਮ੍ਰਿਤਸਰ ਸਾਹਿਬ।